ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਅੱਜ ਕੱਲ ਜੋ ਵਾਤਾਵਰਨ ਚੱਲ ਰਿਹਾ ਹੈ, ਮਾਹੌਲ ਚੱਲ ਰਿਹਾ ਕਰੋਨਾ ਵਾਇਰਸ ਦਾ, ਘਰ ਘਰ ਵਿੱਚ ਇਸ ਦੇ ਨਾਮ ਤੋਂ ਬੱਚੇ ਤੱਕ ਭਲੀ ਭਾਂਤ ਜਾਣੂ ਹਨ ਕਿ ਇਹ ਕਿਸ ਤਰ੍ਹਾਂ ਦੀ ਭਿਆਨਕ ਮਹਾਮਾਰੀ ਹੈ, ਜਿਸ ਵਿੱਚ ਬੁਖਾਰ, ਖਾਂਸੀ, ਇਹ ਸਭ ਤੁਸੀਂ ਗੱਲਾਂ ਜਾਣਦੇ ਹੀ ਹੋ। ਸੋ ਮੇਰੀ ਅੱਜ ਦੀ ਜੋ ਸਾਖੀ ਹੈ ਉਸ ਦਾ ਵੀ ਵਿਸ਼ਾ ਇਸ ਨਾਲ ਹੀ ਸੰਬੰਧਿਤ ਹੈ। ਮੇਰੀ ਸਾਖੀ ਦਾ ਵਿਸ਼ਾ ਹੈ ਤੇਈਏ ਤਾਪ ਦੀ ਸਾਖੀ। ਵਾਹਿਗੁਰੂ, ਸਾਡੇ ਇੱਥੇ ਕਈ ਸਥਾਨ ਹਨ ਜੋ ਕਿ ਵਰ ਪ੍ਰਾਪਤ ਹਨ, ਜਿਵੇਂ ਕਿ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਸਾਹਿਬ ਜੀ ਨੇ ਵਰ ਦਿੱਤਾ ਹੈ ਕਿ 84 ਪੌੜੀਆਂ ਤੇ ਜੋ ਵੀ ਸ਼ਰਧਾ ਨਾਲ ਹਰੇਕ ਪੌੜੀ ਤੇ ਜਪਜੀ ਸਾਹਿਬ ਦਾ ਪਾਠ ਕਰਕੇ ਇਸ਼ਨਾਨ ਕਰੇਗਾ ਉਹ ਜੀਵਨ ਮਰਨ ਦੇ ਗੇੜ ਤੋਂ ਮੁਕਤੀ ਪਾਏਗਾ। ਇਸੇ ਤਰ੍ਹਾਂ ਮੁਕਤਸਰ ਸਾਹਿਬ ਵਿਖੇ ਗੁਰੂ ਗੋਬਿੰਦ ਸਾਹਿਬ ਜੀ ਨੇ ਵਰ ਦਿੱਤਾ ਹੈ ਕਿ ਜੋ ਵੀ ਸ਼ਰਧਾ ਨਾਲ ਮਾਘੀ ਵਾਲੇ ਦਿਨ ਇਸ਼ਨਾਨ ਕਰੇਗਾ ਉਹ ਵਿਅਕਤੀ ਜਨਮ ਮਰਨ ਦੇ ਗੇੜ ਤੋਂ ਮੁਕਤੀ ਪਾਏਗਾ। ਇਸੇ ਤਰ੍ਹਾਂ ਜੋ ਮੇਰੀ ਅੱਜ ਦੀ ਸਾਖੀ ਹੈ ਤੇਈਏ ਤਾਪ ਦੀ ਸਾਖੀ, ਗੁਰੂ ਅਮਰਦਾਸ ਸਾਹਿਬ ਜੀ ਦੇ ਮੁਖਾਰ ਦਿਨ ਹੈ, ਜੋ ਕਿ ਉਹਨਾਂ ਨੇ ਕਿਹਾ ਹੈ, ਜਿਸ ਨੂੰ ਵਰ ਦਿੱਤਾ ਹੈ ਕਿ ਜੋ ਵੀ ਵਿਅਕਤੀ ਸ਼ਰਧਾ ਨਾਲ ਇਸ ਸਾਖੀ ਨੂੰ ਸੁਨੇਗਾ ਅਤੇ ਜੋ ਵੀ ਸ਼ਰਧਾ ਨਾਲ ਇਸ ਸਾਖੀ ਨੂੰ ਸੁਣਾਏਗਾ ਉਸ ਦੇ ਦੁੱਖ ਕਲੇਸ਼ ਸਭ ਦੂਰ ਹੋ ਜਾਣਗੇ ਅਤੇ ਤੇਈਏ ਤਾਪ ਦੇ ਰੋਗ ਤੋਂ ਮੁਕਤੀ ਮਿਲੇਗੀ। ਭਾਵ ਕਿ ਬੁਖਾਰ ਤਾਪ ਦਾ ਰੋਗ ਉਸ ਦੇ ਕੋਲ ਅਗਰ ਹੋਏਗਾ ਤਾਂ ਇਹ ਪ੍ਰਸੰਗ ਸੁਣਿਆ ਸਾਰ ਹੀ ਉਹ ਉਸ ਵਿਅਕਤੀ ਨੂੰ ਜ਼ਿਆਦਾ ਦੁੱਖ ਨਹੀਂ ਦੇਗਾ, ਭਾਵ ਕਿ ਉਸ ਵਿਅਕਤੀ ਤੋਂ ਦੂਰ ਚਲਾ ਜਾਏਗਾ। ਸੋ ਸਾਧ ਸੰਗਤ ਜੀ, ਗੱਲ ਉਸ ਸਮੇਂ ਦੀ ਹੈ ਜਦੋਂ ਅਮਰਦਾਸ ਸਾਹਿਬ ਜੀ ਆਪਣੇ ਕਮਰੇ ਵਿੱਚ ਇੱਕ ਰਾਤ ਨੂੰ ਵਿਸ਼ਰਾਮ ਕਰ ਰਹੇ ਸਨ ਕਿ ਉਹਨਾਂ ਨੂੰ ਇੱਕ ਔਰਤ ਦੇ ਰੋਣ ਦੀ ਬਹੁਤ ਉੱਚੀ ਉੱਚੀ ਆਵਾਜ਼ ਆਈ। ਗੁਰੂ ਸਾਹਿਬ ਜੀ ਨੇ ਆਪਣੇ ਸੇਵਾਦਾਰ ਕੋਲ ਪੁੱਛਿਆ ਕਿ ਇਹ ਔਰਤ ਕਿਉਂ ਰੋ ਰਹੀ ਹੈ ਅਤੇ ਉਸ ਸੇਵਾਦਾਰ ਨੂੰ ਉਸ ਔਰਤ ਕੋਲੋਂ ਜਾ ਕੇ ਪੁੱਛਣ ਲਈ ਕਿਹਾ। ਤੇ ਉਸ ਸੇਵਾਦਾਰ ਨੇ ਉਸ ਔਰਤ ਕੋਲੋਂ ਸਾਰੀ ਗੱਲਬਾਤ ਕਰਨ ਤੋਂ ਬਾਅਦ ਗੁਰੂ ਅਮਰਦਾਸ ਸਾਹਿਬ ਜੀ ਨੂੰ ਦੱਸਿਆ ਕਿ हे ਪਿਤਾ ਜੀ, ਇਸ ਔਰਤ ਦਾ ਜਵਾਨ ਪੁੱਤਰ ਮਰ ਗਿਆ ਹੈ ਜੋ ਕਿ ਤੇਈਏ ਤਾਪ ਦੇ ਰੋਗ ਨਾਲ ਪੀੜਿਤ ਸੀ। तो गुरु अमरदास साहब जी ने उस समय अपनी नगरी गोइंदवाल साहब ਨੂੰ ਵਾਰ ਦਿੱਤਾ ਹੋਇਆ ਸੀ ਕਿ ਇਸ ਨਗਰੀ ਨੂੰ ਤੇਈਏ ਤਾਪ ਦਾ ਰੋਗ ਮੇਰੇ ਹੁੰਦਿਆਂ ਤੱਕ ਨਹੀਂ ਤੰਗ ਕਰੇਗਾ। ਤਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਸੇਵਾਦਾਰ ਨੂੰ ਕਿਹਾ ਕਿ ਉਹ ਉਸ ਔਰਤ ਨੂੰ ਜਾ ਕੇ ਕਹਿ ਦੇਣ ਕਿ ਉਹ ਰੋਵੇ ਨਾ ਅਤੇ ਸਵੇਰ ਤੱਕ ਉਸ ਦਾ ਜਿਹੜਾ ਪੁੱਤਰ ਹੈ ਉਹ ਜੀਵਿਤ ਹੋ ਜਾਏਗਾ। ਇਸੇ ਤਰ੍ਹਾਂ ਗੁਰੂ ਸਾਹਿਬ ਦੇ ਕਹਿਣ ਤੇ ਉਹ ਔਰਤ ਸਵੇਰੇ ਆਪਣਾ ਮਰਿਆ ਹੋਇਆ ਬੱਚਾ ਲੈ ਕੇ ਆਈ। ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਚਰਨਾਂ ਵਿੱਚ ਛੋਹ ਦਿੱਤੀ ਅਤੇ ਉਹ ਬੱਚਾ ਜੀਵਿਤ ਹੋ ਗਿਆ। ਗੁਰੂ ਅਮਰਦਾਸ ਸਾਹਿਬ ਜੀ ਨੂੰ ਇਸ ਗੱਲ ਦਾ ਗੁੱਸਾ ਵੀ ਸੀ ਕਿ ਉਸ ਤੇਈਏ ਤਾਪ ਨੇ ਗੁਰੂ ਅਮਰਦਾਸ ਸਾਹਿਬ ਜੀ ਦਾ ਕਹਿਣਾ ਨਹੀਂ ਮੰਨਿਆ, ਜਦਕਿ ਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਵਾਰ ਦਿੱਤਾ ਹੋਇਆ ਸੀ ਕਿ ਉਹਨਾਂ ਦੇ ਹੁੰਦਿਆਂ ਇਹ ਰੋਗ ਕਿਸੇ ਨੂੰ ਤੰਗ ਨਹੀਂ ਕਰੇਗਾ, ਕੋਈ ਵੀ ਮਾਂ ਦਾ ਪੁੱਤਰ ਉਸਦੇ ਸਾਹਮਣੇ ਨਹੀਂ ਮਰੇਗਾ। ਉਸ ਸਮੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਤੇਈਏ ਤਾਪ ਨੂੰ ਗੁੱਸੇ ਨਾਲ ਕਾਬੂ ਵਿੱਚ ਕੀਤਾ, ਉਸ ਨੂੰ ਆਪਣੇ ਬਚਨਾਂ ਦੀਆਂ ਜੰਜੀਰਾਂ ਵਿੱਚ ਜਕੜਿਆ ਅਤੇ ਇੱਕ ਮਾਸੂਮ ਜਿਹਾ ਬੱਚਾ ਬਣਾ ਕੇ, ਜੋ ਕਿ ਬਹੁਤ ਹੀ ਬਲਵਾਨ ਤਕੜਾ ਖੂਨ ਪੀਣ ਵਾਲਾ ਸੀ, ਉਸ ਨੂੰ ਆਪਣੇ ਬਚਨਾਂ ਨਾਲ ਬੱਚਾ ਬਣਾ ਕੇ ਪਿੰਜਰੇ ਵਿੱਚ ਕੈਦ ਕਰਕੇ ਰੱਖ ਲਿਆ ਤਾਂ ਜੋ ਉਹ ਕਿਸੇ ਨੂੰ ਨੁਕਸਾਨ ਨਾ ਪਹੁੰਚਾ ਸਕੇ। ਇਸੇ ਤਰ੍ਹਾਂ ਹੀ ਸਮਾਂ ਬੀਤਦਾ ਗਿਆ, ਉਹ ਤੇਈਆ ਤਾਪ ਜੰਜੀਰਾਂ ਵਿੱਚ ਜਕੜਿਆ ਰਿਹਾ। ਗੁਰੂ ਅਮਰਦਾਸ ਸਾਹਿਬ ਜੀ ਇਸ ਗੱਲ ਤੋਂ ਭਲੀ ਭਾਂਤ ਜਾਣੂ ਸਨ ਕਿ ਅਗਰ ਇਸ ਨੂੰ ਆਜ਼ਾਦੀ ਮਿਲੀ ਤਾਂ ਇਹ ਕਿਸੇ ਨਾ ਕਿਸੇ ਦਾ ਨੁਕਸਾਨ ਕਰਦਾ ਰਹੇਗਾ ਅਤੇ ਉਹਨਾਂ ਨੇ ਇਸ ਤੇਈਏ ਤਾਪ ਨੂੰ ਕੈਦ ਵਿੱਚ ਕਰਕੇ ਗੋਇੰਦਵਾਲ ਨਗਰ ਦਾ ਡਰ ਦੂਰ ਕੀਤਾ ਤੇ ਉੱਥੋਂ ਦੇ ਵਾਸੀ ਨਿਡਰ ਹੋ ਕੇ ਵਸਣ ਲੱਗੇ। ਕੁਝ ਦਿਨਾਂ ਬਾਅਦ ਡੱਲੇ ਪਿੰਡ ਦੀ ਸੰਗਤ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਆਈ, ਜਿਨ੍ਹਾਂ ਵਿੱਚ ਭਾਈ ਲਾਲੋ ਜੀ ਵੀ ਸਨ। ਆਪ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕੀਤੇ ਅਤੇ ਉਹਨਾਂ ਦਾ ਬਚਨ ਵਿਲਾਸ ਕੀਤੇ। ਗੁਰੂ ਅਮਰਦਾਸ ਸਾਹਿਬ ਜੀ ਨਾਲ ਬਚਨ ਵਿਲਾਸ ਕਰਦੇ ਹੋਏ ਅਚਾਨਕ ਭਾਈ ਲਾਲੋ ਜੀ ਦੀ ਨਜ਼ਰ ਉਸ ਪਿੰਜਰੇ ਵੱਲ ਗਈ ਅਤੇ ਉਸ ਬੱਚੇ ਨੂੰ ਕੈਦ ਵਿੱਚ ਦੇਖਿਆ। ਤਾਂ ਭਾਈ ਲਾਲੋ ਜੀ ਨੇ ਗੁਰੂ ਅਮਰਦਾਸ ਜੀ ਸਾਹਿਬ ਕੋਲ ਪੁੱਛਿਆ ਕਿ ਇਸ ਬੱਚੇ ਨੂੰ ਪਿੰਜਰੇ ਵਿੱਚ ਕੈਦ ਕਿਉਂ ਕੀਤਾ ਗਿਆ ਹੋਇਆ ਹੈ। ਉਸ ਆਪ ਜੀ ਨੇ ਪਿਤਾ ਜੀ ਕੋਲ ਪ੍ਰਸ਼ਨ ਕੀਤਾ। ਗੁਰੂ ਅਮਰਦਾਸ ਸਾਹਿਬ ਜੀ ਨੇ ਉਹਨਾਂ ਨੂੰ ਦੱਸਿਆ ਕਿ ਇਹ ਮਾਸੂਮ ਬੱਚਾ ਮਾਸੂਮ ਨਹੀਂ ਹੈ, ਇਹ ਤੇਈਆ ਤਾਪ ਹੈ, ਜਿਨ੍ਹਾਂ ਨੂੰ ਵੀ ਉਹਨਾਂ ਨੇ ਆਪਣੇ ਬਚਨਾਂ ਨਾਲ ਕਾਬੂ ਕੀਤਾ ਹੋਇਆ ਹੈ ਅਤੇ ਇਹ ਕਈਆਂ ਦੀ ਜਾਨ
ਲੈ ਸਕਦਾ ਹੈ ਅਤੇ ਇਹ ਘਾਤਕ ਹੈ। ਭਾਈ ਲਾਲੋ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਇਸ ਨੂੰ ਆਜ਼ਾਦੀ ਕਿਉਂ ਨਹੀਂ ਮਿਲ ਰਹੀ, ਇਸ ਨੂੰ ਆਜ਼ਾਦ ਕਰ ਦਿੱਤਾ ਜਾਵੇ, ਇਹ ਅੱਗੇ ਤੋਂ ਇਸ ਤਰ੍ਹਾਂ ਦਾ ਕੁਝ ਨਹੀਂ ਕਰੇਗਾ। ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਕਿ ਨਹੀਂ, ਸਾਡੇ ਹੁੰਦਿਆਂ ਇਸ ਨੂੰ ਮੈਂ ਆਜ਼ਾਦੀ ਨਹੀਂ ਕਰ ਸਕਦਾ, ਜਿਸ ਨੇ ਇਸ ਨੂੰ ਆਜ਼ਾਦ ਕਰਾਉਣਾ ਹੈ ਉਹ ਇਸ ਨੂੰ ਆਪਣੇ ਨਾਲ ਲੈ ਜਾਵੇ। ਭਾਈ ਲਾਲੋ ਜੀ ਨੇ ਸਿਰ ਝੁਕਾ ਕੇ ਉਹਨਾਂ ਨੂੰ ਕਿਹਾ ਕਿ ਇਹਨੂੰ ਮੈਂ ਆਪਣੇ ਨਾਲ ਲੈ ਕੇ ਜਾਣ ਨੂੰ ਤਿਆਰ ਹਾਂ, ਤੁਸੀਂ ਇਸ ਨੂੰ ਆਜ਼ਾਦੀ ਦਿਓ। ਗੁਰੂ ਅਮਰਦਾਸ ਸਾਹਿਬ ਜੀ ਨੇ ਉਹਨਾਂ ਦੇ ਬਚਨਾਂ ਨੂੰ ਸੁਣ ਕੇ ਤਈਏ ਤਾਪ ਨੂੰ ਆਜ਼ਾਦ ਕਰ ਦਿੱਤਾ ਤੇ ਭਾਈ ਲਾਲੋ ਜੀ ਉਹਨੂੰ ਨਾਲ ਲੈ ਕੇ ਤੁਰ ਪਏ। ਉਹ ਰਸਤੇ ਵਿੱਚ ਜਾਂਦੇ ਜਾ ਰਹੇ ਸਨ, ਕਈ ਲੰਬਾ ਰਸਤਾ ਸੀ ਜਿਸ ਵਿੱਚ ਉਹਨਾਂ ਨੂੰ ਭੁੱਖ ਲੱਗੀ। ਤਈਏ ਤਾਪ ਦੀ ਭੁੱਖ ਨਾਲ ਬੇਹਾਲ ਹੋ ਗਿਆ। ਉਸਨੇ ਭਾਈ ਲਾਲੋ ਜੀ ਨੂੰ ਕਿਹਾ ਕਿ ਹੁਣ ਉਸਕੋ ਪੈਦਲ ਨਹੀਂ ਤੁਰਿਆ ਜਾ ਰਿਹਾ, ਉਹਨੂੰ ਭੋਜਨ ਚਾਹੀਦਾ ਹੈ। ਭਾਈ ਲਾਲੋ ਜੀ ਨੇ ਕਿਹਾ ਕਿ ਅੱਗੇ ਕੁਝ ਜਾ ਕੇ ਪਿੰਡਾਂ ਵਿੱਚੋਂ ਲੱਕੜਾਂ ਦਾ ਇੰਤਜ਼ਾਮ ਕਰਕੇ ਅਸੀਂ ਰੋਟੀ ਬਣਾਵਾਂਗੇ ਅਤੇ ਰੱਜ ਕੇ ਦੋਨੋਂ ਜੀ ਖਾਵਾਂਗੇ। ਤਈਏ ਤਾਪ ਨੇ ਕਿਹਾ ਨਹੀਂ, ਕਿ ਉਸਕੋ ਭੁੱਖ ਬਰਦਾਸ਼ਤ ਨਹੀਂ ਹੋ ਰਹੀ, ਉਹ ਇਸ ਭੁੱਖ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦਾ, ਉਹ ਇੱਥੇ ਹੀ ਆਪਣਾ ਭੋਜਨ ਲੱਭ ਲੈਂਦਾ ਹੈ। ਭਾਈ ਲਾਲੋ ਜੀ ਨੇ ਕਿਹਾ ਕਿ ਠੀਕ ਹੈ, ਅਗਰ ਉਸਨੇ ਆਪਣਾ ਭੋਜਨ ਲੱਭ ਹੀ ਲਿਆ ਹੈ ਤਾਂ ਫਿਰ ਉਹ ਛਕ ਲਵੇ। ਭਾਈ ਲਾਲੋ ਜੀ ਨੇ ਇਹ ਸ਼ਬਦ ਸਹਿਜ ਸੁਭਾਅ ਹੀ ਕਹੇ। ਤਈਆ ਤਾਪ ਨੇ ਦੇਖਿਆ ਕਿ ਉਸਦੇ ਸਾਹਮਣੇ ਨਦੀ ਦੇ ਵਿੱਚ ਇੱਕ ਧੋਬੀ ਕੱਪੜੇ ਧੋ ਰਿਹਾ ਸੀ, ਜੋ ਕਿ ਕੱਪੜਿਆਂ ਨੂੰ ਨਿਚੋੜ ਕੇ ਧੋ ਰਿਹਾ ਸੀ। ਇੰਨੇ ਨੂੰ ਤਈਆ ਤਾਪ ਉਸ ਧੋਬੀ ਦੇ ਦਿਮਾਗ ਤੇ ਚੜ ਗਿਆ। ਉਸਨੇ ਉਸਦਾ ਸਾਰੇ ਸਰੀਰ ਦਾ ਖੂਨ ਚੂਸ ਲਿਆ, ਉਸਦੇ ਸਾਰੇ ਸਰੀਰ ਚੋਂ ਜਾਨ ਕੱਢ ਲਈ। ਉਹ ਧੋਬੀ ਵਿਚਾਰਾ ਕੰਬਦਾ ਹੋਇਆ ਡਿੱਗ ਗਿਆ। ਇਸ ਤਰ੍ਹਾਂ ਉਸਦੀ ਹਾਲਤ ਕਰਨ ਤੋਂ ਬਾਅਦ ਭਾਈ ਲਾਲੋ ਜੀ ਨੇ ਜਦੋਂ ਉਸ ਧੋਬੀ ਦੀ ਹਾਲਤ ਦੇਖੀ ਤਾਂ ਉਹਨਾਂ ਦਾ ਹਿਰਦੇ ਡਰ ਗਿਆ, ਕੰਬ ਗਿਆ। ਉਹ ਤਈਆ ਤਾਪ ਇੱਕ ਘੜੇ ਵਿੱਚ ਖੂਨ ਧੋਬੀ ਦਾ ਲੈ ਕੇ ਆਇਆ ਤੇ ਭਾਈ ਲਾਲੋ ਜੀ ਨੂੰ ਦਿਖਾ ਕੇ ਕਹਿ ਰਿਹਾ ਸੀ ਕਿ ਮੇਰੀ ਖੁਰਾਕ ਤਾਂ ਇਹੀ ਹੈ, ਇਹੀ ਮੇਰਾ ਭੋਜਨ ਹੈ, ਮੈਨੂੰ ਇਹੀ ਪ੍ਰਸ਼ਾਦਾ ਚਾਹੀਦਾ ਹੈ। ਤੁਸੀਂ ਮੇਰੇ ਮਨ ਦੀ ਕਾਮਨਾ ਪੂਰੀ ਕੀਤੀ ਹੈ ਤੇ ਮੈਨੂੰ ਇੱਕ ਤੱਕ ਛੁਟਕਾਰਾ ਦਿਵਾਇਆ ਹੈ ਗੁਰੂ ਅਮਰਦਾਸ ਸਾਹਿਬ ਜੀ ਦੀ ਕੈਦ ਵਿੱਚੋਂ, ਤੇ ਇੱਕ ਮੈਨੂੰ ਭੋਜਨ ਵੀ ਦਿਵਾਇਆ ਹੈ, ਤੁਹਾਡਾ ਬੜਾ ਪਰਉਪਕਾਰ ਹੈ। ਭਾਈ ਲਾਲੋ ਜੀ ਦਾ ਹਿਰਦੇ ਬਹੁਤ ਡਰ ਗਿਆ ਸੀ। ਉਹ ਅੰਦਰੋਂ ਅੰਦਰੀ ਪਛਤਾ ਰਹੇ ਸਨ ਕਿ ਉਹਨਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਨਹੀਂ ਮੰਨੇ, ਇਸ ਘਾਤਕ ਨੂੰ ਆਪਣੇ ਨਾਲ ਲੈ ਆਏ ਹਨ। ਉਹਨਾਂ ਨੇ ਤਈਏ ਤਾਪ ਨੂੰ ਕਿਹਾ ਕਿ ਨਹੀਂ, ਉਹ ਹੁਣ ਇਸ ਤਰ੍ਹਾਂ ਨਹੀਂ ਕਰਨਗੇ, ਉਹ ਵਾਪਿਸ ਗੁਰੂ ਅਮਰਦਾਸ ਸਾਹਿਬ ਜੀ ਕੋਲ ਉਹਨੂੰ ਛੱਡ ਕੇ ਆਉਣਗੇ। ਤਈਆ ਤਾਪ ਉਹਨਾਂ ਅੱਗੇ ਹੱਥ ਜੋੜ ਕੇ ਖੜਾ ਹੋ ਗਿਆ ਅਤੇ ਕਹਿਣ ਲੱਗਾ ਕਿ ਨਹੀਂ, ਉਹ ਗੁਰੂ ਅਮਰਦਾਸ ਸਾਹਿਬ ਜੀ ਕੋਲ ਉਹਨੂੰ ਛੱਡ ਕੇ ਨਾ ਆਣ, ਉਹ ਹੁਣ ਹੋਰ ਲੋਕਾਂ ਨੂੰ ਤੰਗ ਨਹੀਂ ਕਰੇਗਾ, ਇਹ ਉਹਨਾਂ ਨਾਲ ਉਹ ਵਾਅਦਾ ਕਰਦਾ ਹੈ। ਭਾਈ ਲਾਲੋ ਜੀ ਨੂੰ ਉਸਦੀ ਗੱਲ ਤੇ ਯਕੀਨ ਨਹੀਂ ਆ ਰਿਹਾ ਸੀ, ਪਰ ਉਸਨੇ ਹੱਥ ਜੋੜ ਕੇ ਤਈਏ ਤਾਪ ਨੇ ਬਿਲਕੁਲ ਹੱਥ ਜੋੜ ਕੇ ਬਹਿਬਲ ਹੋ ਕੇ ਆਪਣੇ ਭਾਈ ਲਾਲੋ ਜੀ ਅੱਗੇ ਬੇਨਤੀ ਕੀਤੀ ਕਿ ਅੱਜ ਤੋਂ ਬਾਅਦ ਜਿਸ ਘਰ ਵਿੱਚ ਜਿਸ ਵਿਅਕਤੀ ਨੇ ਇਸ ਪ੍ਰਸੰਗ ਦੀ ਚਰਚਾ ਕੀਤੀ, ਅਗਰ ਮੈਂ ਕਿਸੇ ਵੀ ਵਿਅਕਤੀ ਦੇ ਅੰਦਰ ਤਾਪ ਦੇ ਰੂਪ ਵਿੱਚ ਹੋਵਾਂਗਾ, ਦੁੱਖ ਕਲੇਸ਼ ਦੇ ਰੂਪ ਵਿੱਚ ਹੋਵਾਂਗਾ, ਤਾਂ ਉਸੇ ਸਮੇਂ ਇਸ ਪ੍ਰਸੰਗ ਸੁਣਨ ਤੋਂ ਬਾਅਦ ਮੈਂ ਉਸ ਵਿਅਕਤੀ ਦਾ ਸਰੀਰ ਛੱਡ ਦੇਵਾਂਗਾ, ਭਾਵ ਉਸ ਨੂੰ ਹੋਰ ਕਸ਼ਟ ਨਹੀਂ ਦੇਵਾਂਗਾ। ਸੋ ਭਾਈ ਲਾਲੋ ਜੀ ਅਤੇ ਤਈਏ ਤਾਪ ਦੇ ਵਿਚਕਾਰ ਇਹ ਗੱਲ ਹੋਈ ਕਿ ਅਗਰ ਜੇਕਰ ਕੋਈ ਵੀ ਵਿਅਕਤੀ ਤਾਪ ਨਾਲ ਪੀੜਿਤ ਹੈ, ਦੁੱਖ ਕਲੇਸ਼ ਨਾਲ ਪੀੜਿਤ ਹੈ, ਤਾਂ ਅਗਰ ਜੇਕਰ ਉਹ ਵਿਅਕਤੀ ਸ਼ਰਧਾ ਦੇ ਨਾਲ ਇਸ ਸਾਖੀ ਨੂੰ ਸੁਣੇਗਾ ਅਤੇ ਸੁਣਾਵੇਗਾ ਤਾਂ ਉਸਦੇ ਸਾਰੇ ਦੁੱਖ ਕਲੇਸ਼ ਦਰਦ ਦੂਰ ਹੋ ਜਾਣਗੇ ਅਤੇ ਉਹ ਵਿਅਕਤੀ ਜਦੋਂ ਧੰਨ ਗੁਰੂ ਅਮਰਦਾਸ ਸਾਹਿਬ ਜੀ, ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹੇਗਾ ਤੇ ਉਸ ਦੀ ਰੋਗ ਤੋਂ ਨਿਵਰਤੀ ਹੋਏਗੀ। ਸੋ ਵਾਹਿਗੁਰੂ ਜੀ, ਮੇਰੀ ਇਸ ਸਾਖੀ ਦਾ ਮੂਲ ਇਹੀ ਸੀ ਕਿ ਅੱਜ ਦੇ ਸਮੇਂ ਵਿੱਚ ਅਸੀਂ ਵੱਧ ਤੋਂ ਵੱਧ ਘਰਾਂ ਵਿੱਚ ਬਾਣੀ ਦਾ ਜਾਪ ਕਰੀਏ, ਗੁਰੂ ਅਮਰਦਾਸ ਸਾਹਿਬ ਜੀ ਨੂੰ ਧਿਆਈਏ ਅਤੇ ਇਸ ਸਾਖੀ ਨੂੰ ਸ਼ਰਧਾ ਨਾਲ ਸੁਣ ਕੇ ਹੋਰ ਸੰਗਤਾਂ ਤੱਕ ਸੁਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।